प्यारे बच्चों, आप जी का इस चैनल ते स्वागत है। अज असी 12वीं जमात दे 94वीं पंजाबी दी किताब पंजाबी काव्य झलकां ते इतिहास विच दर्ज शेख फरीद जी दे शलोक पढ़ांगे। बच्चों, शेख फरीद जी जिन्हां दा पूरा नाम शेख फरीदुद्दीन मसद शकरगंज सी, पंजाबी दे पहले सूफी कवि होए हन। इस काव्य संग्रह विच आप जी का एक शब्द ਅਤੇ 12 ਸ਼ਲੋਕ ਸ਼ਾਮਲ ਕੀਤੇ ਗਏ ਹਨ। ਇਹਨਾਂ ਵਿੱਚ ਨਿਮਰਤਾ ਨਾਲ ਜੀਵਨ ਬਿਤਾਉਣ, ਸੰਸਾਰ ਦੀ ਨਾਸ਼ਮਾਨਤਾ ਨੂੰ ਦਰਸਾਉਂਦੇ ਹੋਏ ਨੇਕ ਕਰਮ ਅਤੇ ਪ੍ਰਭੂ ਦੀ ਭਗਤੀ ਕਰਨ ਦੀ ਪ੍ਰੇਰਨਾ ਦਿੱਤੀ ਗਈ ਹੈ। ਪਹਿਲਾ ਸ਼ਬਦ ਹੈ ਦਿਲ ਹੂ ਮੁਹੱਬਤਾ ਜਿਨ ਸਹੀ ਸੱਚਿਆ। ਦਿਲ ਹੂ ਮੁਹੱਬਤਾ ਜਿਨ ਸਹੀ ਸੱਚਿਆ, ਜਿਨ ਮਨ ਹੋਰ ਮੁਖੀ ਹੋਰ ਸਿਕਾਂਡੇ ਕੱਚਿਆ। ਬੱਚਿਓ, ਇਸ ਵਿੱਚ ਸ਼ੇਖ ਫਰੀਦ ਜੀ ਫਰਮਾਉਂਦੇ ਹਨ, ਜਿਨ੍ਹਾਂ ਮਨੁੱਖਾਂ ਦਾ ਰੱਬ ਨਾਲ ਦਿਲੋਂ ਪਿਆਰ ਹੈ ਉਹ ਸੱਚੇ ਆਸ਼ਿਕ ਹਨ, ਪਰ ਜਿਨ੍ਹਾਂ ਦੇ ਮਨ ਵਿੱਚ ਕੁਝ ਹੋਰ ਹੈ ਤੇ ਮੂੰਹੋਂ ਕੁਝ ਹੋਰ ਆਖਦੇ ਹਨ ਉਹ ਕੱਚੇ ਆਸ਼ਿਕ ਆਖੇ ਜਾਂਦੇ ਹਨ। ਰੱਤੇ ਇਸ਼ਕ ਖੁਦਾਏ ਰੰਗੇ ਦੇਦਾਰ ਕੇ, ਵਿਸਰਿਆ ਜਿਨ ਨਾਮ ਤੇ ਭੂਈ ਭਾਰ ਥੀ। ਜਿਹੜੇ ਮਨੁੱਖ ਪ੍ਰਭੂ ਦੇ ਪਿਆਰ ਵਿੱਚ ਰੱਤੇ ਹੋਏ ਹਨ, ਅਸਲ ਵਿੱਚ ਉਹ ਹੀ ਅਸਲ ਮਨੁੱਖ ਹਨ। ਜਿਨ੍ਹਾਂ ਨੂੰ ਰੱਬ ਦਾ ਨਾਮ ਭੁੱਲ ਗਿਆ ਹੈ ਉਹ ਮਨੁੱਖ ਤਾਂ ਇਸ ਧਰਤੀ ਦੇ ਉੱਤੇ ਨਿਰਾ ਭਾਰ ਹੀ ਹਨ। ਆਪ ਲੀਏ ਲੜ ਲਾਏ ਦਰ ਦਰਵੇਸ਼ ਸੈ, ਤੈਨੂੰ ਤੁਹਾਨੂੰ ਜਨ ਦੀ ਮਾਉ ਆਏ ਸਫਲੂ ਸੇ। ਇਸ ਵਿੱਚ ਬੱਚਿਓ ਫਰੀਦ ਜੀ ਆਖਦੇ ਹਨ, ਉਹੀ ਮਨੁੱਖ ਰੱਬ ਦੇ ਦਰਵਾਜ਼ੇ ਉੱਤੇ ਦਰਵੇਸ਼ ਹਨ ਅਤੇ ਉਹੀ ਮਨੁੱਖ ਰੱਬ ਦੇ ਦਰ ਤੋਂ ਖੈਰ ਮੰਗ ਸਕਦੇ ਹਨ ਜਿਨ੍ਹਾਂ ਨੂੰ ਰੱਬ ਨੇ ਆਪਣੇ ਲੜ ਲਾ ਲਿਆ ਹੈ। ਉਹਨਾਂ ਦੀ ਜੰਮਣ ਵਾਲੀ ਮਾਂ ਭਾਗਾਂ ਵਾਲੀ ਹੈ, ਉਹਨਾਂ ਦਾ ਜਗਤ ਵਿੱਚ ਆਉਣਾ ਮੁਬਾਰਕ ਹੈ। ਪਰਵਤਗਾਰ ਅਪਾਰ ਅਗਮ ਬੇਅੰਤ ਤੂੰ, ਜਿਨ ਪਛਾਤਾ ਸੱਚ ਚੁੰਮਾ ਪੈਰ ਸੋਂ। ਇਸ ਵਿੱਚ ਬੱਚੋ ਸ਼ੇਖ ਫਰੀਦ ਜੀ ਇਹ ਕਹਿੰਦੇ ਹਨ ਕਿ ਜਿਨ੍ਹਾਂ ਨੇ ਇਹ ਸਮਝ ਲਿਆ ਹੈ ਕਿ ਤੂੰ ਸਦਾ ਕਾਇਮ ਰਹਿਣ ਵਾਲਾ ਹੈ, ਮੈਂ ਉਹਨਾਂ ਦੇ ਪੈਰ ਚੁੰਮਦਾ ਹਾਂ। ਤੇਰੀ ਪਨਾਹ ਖੁਦਾਏ ਤੂੰ ਬਖਸ਼ੰਦਗੀ, ਸ਼ੇਖ ਫਰੀਦ ਦੇ ਖੈਰ ਦੀਜੇ ਬੰਦਗੀ। ਇਸ ਵਿੱਚ ਸ਼ੇਖ ਫਰੀਦ ਜੀ ਆਖਦੇ ਹਨ ਕਿ ਮੈਨੂੰ ਪਰਮਾਤਮਾ ਤੇਰਾ ਹੀ ਆਸਰਾ ਹੈ, ਤੂੰ ਬਖਸ਼ਣ ਵਾਲਾ ਹੈ। ਉਹ ਕਹਿੰਦੇ ਹਨ, ਸ਼ੇਖ ਫਰੀਦ ਜੀ ਆਖਦੇ ਹਨ ਕਿ ਮੈਨੂੰ ਸ਼ੇਖ ਫਰੀਦ ਨੂੰ ਤੂੰ ਆਪਣੀ ਬੰਦਗੀ ਦੀ ਖੈਰ ਪਾ। ਇਸ ਤੋਂ ਬਾਅਦ ਬੱਚਿਓ ਸ਼ਲੋਕ ਹਨ ਉਹਨਾਂ ਦੇ। ਪਹਿਲਾ ਸ਼ਲੋਕ ਹੈ, ਫਰੀਦਾ ਥਿਉ ਪਵਾਹੀ ਦਬੁ, ਜੇ ਸਾਈਂ ਲੋੜਹਿ ਸਭੁ, ਇੱਕੋ ਛਿਜਹੀ ਬਿਆ ਲਤਾੜਹੀ, ਤਾਂ ਸਾਈਂ ਦੇ ਦਰ। ਇਸ ਵਿੱਚ ਉਹ ਆਖਦੇ ਹਨ ਕਿ ਆਪਣੇ ਆਪ ਨੂੰ ਹੀ ਸੰਬੋਧਨ ਕਰਦੇ ਹਨ। ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਫਰੀਦ ਜੀ ਕਹਿੰਦੇ ਹਨ, ਹੇ ਫਰੀਦ, ਜੇ ਤੂੰ ਮਾਲਕ ਉਸ ਪਰਮਾਤਮਾ ਨੂੰ ਹਰ ਥਾਂ ਪਛਾਣਨਾ ਚਾਹੁੰਦਾ ਹੈ, ਭਾਵ ਸਾਰਿਆਂ ਵਿੱਚ ਵੇਖਣਾ ਚਾਹੁੰਦਾ ਹੈ, ਤਾਂ ਤੂੰ ਇੱਕ ਰਸਤੇ ਦੀ ਦਬ ਅਰਥਾਤ ਘਾਹ ਵਰਗਾ ਬਣ ਜਾ, ਜਿਸ ਦੇ ਕਿਸੇ ਇੱਕ ਬੂਟੇ ਨੂੰ ਲੋਕ ਤੋੜਦੇ ਹਨ ਤੇ ਕੋਈ ਇੱਕ ਬੂਟਾ ਪੈਰਾਂ ਥੱਲੇ ਲਤਾੜਿਆ ਜਾਂਦਾ ਹੈ। ਜੇ ਤੂੰ ਆਪਣਾ ਸੁਭਾਅ ਇਹੋ ਜਿਹਾ ਨਿਮਰਤਾ ਵਾਲਾ ਬਣਾ ਲਵੇਂਗਾ ਤਾਂ ਤੂੰ ਪਰਮਾਤਮਾ ਦੇ ਦਰ ਤੇ ਕਬੂਲ ਕੀਤਾ ਜਾਵੇਗਾ। ਬੱਚਿਓ, ਦੱਬ ਦੇ ਬਾਰੇ 'ਚ ਅਸੀਂ ਦੇਖਦੇ ਹਾਂ ਕਿ ਕੁਛ ਘਾਹ ਦੇ ਤਿਨਕਿਆਂ ਨੂੰ ਲੈ ਕੇ ਅਸੀਂ ਜਦੋਂ ਸ਼ਗਨ ਮਨਾਉਂਦੇ ਹਾਂ ਤਾਂ ਉਸ ਨੂੰ ਵਰਤਦੇ ਹਾਂ, ਤੇ ਕੁਝ ਘਾਹ ਦੇ ਜਿਹੜੇ ਤਿਨਕੇ ਹਨ ਉਹ ਪੈਰਾਂ ਦੇ ਥੱਲੇ ਦੱਬੇ ਜਾਂਦੇ ਹਨ। ਇਸ ਕਰਕੇ ਹੀ ਉਹ ਇਸ ਦੱਬ ਦੀ ਮਹੱਤਤਾ ਦੇ ਬਾਰੇ ਦੱਸਦੇ ਹਨ। ਫਰੀਦਾ ਖਾਕ ਨਾ ਨਿੰਦਈ, ਖਾਕ ਜੇੜ ਨਾ ਕੋਏ, ਜੀਵਦਿਆਂ ਪੈਰਾਂ ਤਲੇ ਮੋਇਆ ਉੱਪਰ ਹੋਏ। ਖਾਕ ਅਰਥਾਤ ਮਿੱਟੀ। ਮਿੱਟੀ ਦੀ ਬਾਰੇ ਦੇ ਵਿੱਚ ਉਹ ਕਹਿੰਦੇ ਹਨ, ਹੇ ਫਰੀਦ, ਮਿੱਟੀ ਨੂੰ ਮਾੜਾ ਨਾ ਆਖ। ਮਿੱਟੀ ਨੂੰ ਆਖਣਾ ਨਹੀਂ ਚਾਹੀਦਾ ਕਿ ਇਹ ਮਾੜੀ ਹੈ। ਮਿੱਟੀ ਦੀ ਬਰਾਬਰੀ ਕੋਈ ਨਹੀਂ ਕਰ ਸਕਦਾ। ਇਹ ਮਿੱਟੀ ਜਿਉਂਦਿਆਂ ਮਨੁੱਖ ਦੇ ਪੈਰਾਂ ਹੇਠ ਹੁੰਦੀ ਹੈ, ਪਰ ਮਨੁੱਖ ਦੇ ਮਰਨ ਤੋਂ ਬਾਅਦ ਇਹ ਮਨੁੱਖ ਦੇ ਉੱਪਰ ਪਾਈ ਜਾਂਦੀ ਹੈ। ਇਸ ਸ਼ਲੋਕ ਵਿੱਚ ਫਰੀਦ ਜੀ ਨੇ ਨਿਮਰ ਸੁਭਾਅ ਦੀ ਗੱਲ ਕੀਤੀ ਹੈ
ਕਿ ਨਿਮਰ ਸੁਭਾਅ ਵਾਲਾ ਵਿਅਕਤੀ ਦਾ ਕੋਈ ਰੀਸ ਨਹੀਂ ਕਰ ਸਕਦਾ। ਨਿਮਰ ਸੁਭਾਅ ਵਾਲਾ ਵਿਅਕਤੀ, ਐਸਾ ਮਨੁੱਖ ਹੀ ਜ਼ਿੰਦਗੀ ਦੇ ਵਿੱਚ ਅੱਗੇ ਵੱਧਦਾ ਹੈ। ਜ਼ਿੰਦਗੀ ਵਿੱਚ ਭਾਵੇਂ ਸਭ ਦੀ ਵਧੀਕੀ ਸਹਾਰਦਾ ਹੈ, ਪਰ ਆਪਣੇ ਮਨ ਨੂੰ ਮਾਰਨ ਕਰਕੇ ਆਤਮਿਕ ਅਵਸਥਾ ਵਿੱਚ ਉਹ ਸਭ ਤੋਂ ਉੱਚਾ ਮੰਨਿਆ ਜਾਂਦਾ ਹੈ। ਫਰੀਦਾ ਇਹ ਵਿਸ਼ੂ ਗੰਦਲਾ, ਧਰੀਆਂ ਖੰਡ ਲਿਵਾੜੇ, ਇੱਕੀ ਰਾਹੇ ਦੇ ਰਹਿ ਗਏ, ਇੱਕੀ ਰਾਧੀ ਗਏ ਉਜਾੜ। ਹੇ ਫਰੀਦ, ਇਸ ਦੁਨੀਆ ਦੇ ਪਦਾਰਥ ਸਾਰੇ ਜ਼ਹਿਰ ਦੀਆਂ ਭਰੀਆਂ ਹੋਈਆਂ ਗੰਦਲਾਂ ਹਨ, ਜੋ ਖੰਡ ਵਿੱਚ ਲਪੇਟ ਕੇ, ਖੰਡ ਵਿੱਚ ਗਲੇਫ ਕੇ ਰੱਖੀਆਂ ਗਈਆਂ ਹਨ। ਇਹਨਾਂ ਗੰਦਲਾਂ ਨੂੰ ਕਈ ਬੀਜਦੇ ਹੀ ਮਰ ਗਏ ਤੇ ਕਈ ਬੀਜੀਆਂ ਹੋਈਆਂ ਨੂੰ ਵਿੱਚੇ ਹੀ ਛੱਡ ਕੇ ਮਰ ਗਏ। ਭਾਵ ਕੁਝ ਲੋਕ ਤਾਂ ਦੁਨਿਆਵੀ ਚੀਜ਼ਾਂ ਨੂੰ ਇਕੱਠੀਆਂ ਕਰਦਿਆਂ ਹੀ ਮਰ ਗਏ ਤੇ ਕਈ ਜਿਹੜੇ ਹੈ ਉਹ ਇਕੱਠੀਆਂ ਕਰਕੇ ਉਹਨਾਂ ਨੂੰ ਇਸ ਸੰਸਾਰ ਵਿੱਚ ਇੱਥੇ ਹੀ ਛੱਡ ਗਏ। ਫਰੀਦਾ ਦਰ ਦਰਵਾਜ਼ੇ ਜਾਏ ਕੇ, ਕਿਉਂ ਡਿੱਠਾ ਘੜਿਆਲ, ਇਹੋ ਨਿਦੋਸ਼ਾ ਮਾਰਿਆ, ਹਮ ਦੋਸ਼ਾਂ ਕਾ ਕਿਆ ਹਾਲ। ਹੇ ਫਰੀਦ, ਕੀ ਕਿਸੇ ਬੂਹੇ ਤੇ, ਕਿਸੇ ਦਰਵਾਜ਼ੇ ਤੇ ਜਾ ਕੇ ਕਦੀ ਘੜਿਆਲ ਵੱਜਦਾ ਵੇਖਿਆ ਹੈ? ਇਹ ਘੜਿਆਲ ਬੇਦੋਸ਼ਾ ਹੀ ਮਾਰਿਆ ਜਾਂਦਾ ਹੈ। ਫਿਰ ਸਾਡੇ ਵਰਗੇ ਦੋਸ਼ੀਆਂ ਦਾ ਕੀ ਹਾਲ ਹੋਵੇਗਾ। ਫਰੀਦਾ ਬਾਰ ਪਰਾਈਏ ਬੈਸਣਾ, ਸਾਈਂ ਮੁਝੇ ਨਾ ਦੇਹੀ, ਜੇ ਤੂੰ ਐਵੇਂ ਰਖਸੀ, ਜਿਉਂ ਸਰੀਰਹ ਲਈ। ਫਰੀਦ ਜੀ ਆਖਦੇ ਹਨ ਕਿ ਹੇ ਪਰਮਾਤਮਾ, ਮੈਨੂੰ ਕਿਸੇ ਪਰਾਏ ਦਰਵਾਜ਼ੇ ਤੇ ਨਾ ਬੈਠਣ ਦੇਈ, ਭਾਵ ਮੈਨੂੰ ਕਿਸੇ ਦੇ ਆਸਰੇ ਨਾ ਰਹਿਣ ਦੇਈ। ਜੇ ਤੂੰ ਇੰਜ ਹੀ ਰੱਖਣਾ ਹੈ, ਭਾਵ ਜੇ ਤੂੰ ਮੈਨੂੰ ਦੂਜਿਆਂ ਦਾ ਮੁਹਤਾਜ ਹੀ ਬਣਾਉਣਾ ਹੈ, ਤਾਂ ਮੇਰੇ ਇਸ ਸਰੀਰ ਵਿੱਚੋਂ ਜਿੰਦ ਨੂੰ ਕੱਢ ਲੈ। ਫਰੀਦਾ ਵੇਖ ਕਪਾਹੇ ਜੇ ਥਿਆ, ਜੇ ਸਿਰ ਥਿਆ ਤਿਲਾਹ, ਕਮਾਦੇ ਅਰੁ ਕਾਗਦੇ, ਕੁੰਨੇ ਕੋਈ ਲਿਆ, ਮੰਦੇ ਅਮਲ ਕਰੇਂਦਿਆ, ਇਹ ਸਜਾਈ ਤਿਨਾਹ। ਫਰੀਦ ਜੀ ਆਪਣੇ ਆਪ ਨੂੰ ਸੰਬੋਧਨ ਕਰਦੇ ਹੋਏ ਕਹਿੰਦੇ ਹਨ ਕਿ ਹੇ ਫਰੀਦ, ਜਿਹੜੀ ਹਾਲਤ ਕਪਾਹ ਦੀ ਹੁੰਦੀ ਹੈ, ਭਾਵ ਵੇਲਣੇ ਵਿੱਚ ਵੇਲੀ ਜਾਂਦੀ ਹੈ, ਜੋ ਤਿਲਾਂ ਦੇ ਸਿਰ ਤੇ ਬੀਤਦੀ ਹੈ, ਭਾਵ ਕੋਲੂ ਵਿੱਚ ਪੀੜੇ ਜਾਂਦੇ ਹਨ, ਜੋ ਕਮਾਦ, ਕਾਗਜ਼, ਮਿੱਟੀ ਦੀ ਹਾਂਡੀ ਅਤੇ ਕੋਲਿਆਂ ਨਾਲ ਵਰਤਦੀ ਹੈ, ਇਹੋ ਜਿਹਾ ਹਾਲ ਉਹਨਾਂ ਲੋਕਾਂ ਦਾ ਹੁੰਦਾ ਹੈ। ਭਾਵ ਉਹ ਇਸ ਤਰ੍ਹਾਂ ਦੀ ਸਜ਼ਾ ਭੁਗਤਦੇ ਹਨ ਜਿਹੜੇ ਆਪਣੇ ਲੋਭ ਲਾਲਚ ਦੀ ਖਾਤਰ ਮਾੜੇ ਕੰਮ ਕਰਦੇ ਹਨ। ਫਰੀਦਾ ਕਿੱਥੇ ਤੈਂਡੇ ਮਾਪਿਆਂ, ਜਿਨ ਤੂੰ ਜਣਿਓ ਹੀ, ਤੈ ਪਾਸ ਹੂੰ ਓਈ ਲੱਧੀ ਗਏ, ਤੂੰ ਅਜੇ ਨਾ ਪਤਿਨੋਈ। ਹੇ ਫਰੀਦ, ਤੇਰੇ ਆਪਣੇ ਮਾਪੇ ਕਿੱਥੇ ਚਲੇ ਗਏ ਹਨ ਜਿਨ੍ਹਾਂ ਨੇ ਤੈਨੂੰ ਜਨਮ ਦਿੱਤਾ ਸੀ। ਉਹ ਤੇਰੇ ਮਾਪੇ ਤੇਰੇ ਕੋਲੋਂ, ਤੇਰੇ ਪਾਸੋਂ ਕਦੋਂ ਦੇ ਚਲੇ ਗਏ ਹਨ, ਪਰ ਤੈਨੂੰ ਅਜੇ ਵੀ ਯਕੀਨ ਨਹੀਂ ਆਉਂਦਾ ਕਿ ਤੂੰ ਵੀ ਇੱਥੋਂ ਤੁਰ ਜਾਣਾ ਹੈ, ਭਾਵ ਮਰ ਜਾਣਾ ਹੈ। ਇਸ ਕਰਕੇ ਤੂੰ ਰੱਬ ਦੀ ਬੰਦਗੀ ਵੱਲ ਧਿਆਨ ਦੇ। ਫਰੀਦਾ ਬੁਰੇ ਦਾ ਭਲਾ ਕਰੀ, ਗੁੱਸਾ ਮਨ ਨਾ ਹੰਢਾਈ, ਦੇਹੂ ਰੋਗ ਨਾ ਲਗਈ, ਪਲੇ ਸਭੂ ਕਿਛੁ ਪਾਏ। ਇਸ ਵਿੱਚ ਫਰੀਦ ਜੀ ਕਹਿੰਦੇ ਹਨ ਕਿ ਹੇ ਫਰੀਦ, ਬੁਰਾਈ ਕਰਨ ਵਾਲੇ ਨਾਲ ਵੀ ਤੂੰ ਭਲਾਈ ਕਰ ਅਤੇ ਮਨ ਵਿੱਚ ਗੁੱਸਾ ਨਾ ਆਉਣ ਦੇ। ਇਸ ਤਰ੍ਹਾਂ ਸਰੀਰ ਨੂੰ ਕੋਈ ਰੋਗ ਨਹੀਂ ਲੱਗਦਾ ਅਤੇ ਹਰੇਕ ਪਦਾਰਥ ਭਾਵ ਚੰਗਾ ਗੁਣ ਸੰਭਿਆ ਰਹਿੰਦਾ ਹੈ। ਫਰੀਦਾ ਮੈਂ ਜਾਣਿਆ ਦੁੱਖ, ਮੁਝ ਕੋ ਦੁੱਖ ਸਬਾਈਏ ਜਗ, ਉੱਚੇ ਚੜ ਕੇ ਦੇਖਿਆ ਤਾਂ ਘਰ ਘਰ ਇਹੀ ਅੱਗ। ਹੇ ਫਰੀਦ, ਮੈਂ ਪਹਿਲਾਂ ਆਪਣੇ ਮਨ ਦੇ ਦੁੱਖ ਤੋਂ ਘਬਰਾ ਕੇ ਇਹ ਸਮਝਿਆ ਕਿ ਦੁੱਖ ਸਿਰਫ ਮੈਨੂੰ ਹੀ ਵਿਆਪਦਾ ਹੈ, ਭਾਵ ਸਿਰਫ ਮੈਂ ਹੀ ਇਸ ਸੰਸਾਰ ਵਿੱਚ ਦੁਖੀ ਹਾਂ, ਪਰ ਇਹ ਦੁੱਖ ਤਾਂ ਸਾਰੇ ਜਗਤ ਵਿੱਚ ਵਾਪਰ ਰਿਹਾ ਹੈ। ਜਦੋਂ ਮੈਂ ਆਪਣੇ ਦੁੱਖ ਤੋਂ ਉਚੇਰਾ ਉੱਠ ਕੇ ਧਿਆਨ ਮਾਰਿਆ ਤਾਂ ਮੈਂ ਵੇਖਿਆ ਕਿ ਹਰੇਕ ਘਰ ਵਿੱਚ ਇਹੀ ਅੱਗ ਬਲ ਰਹੀ ਹੈ, ਭਾਵ ਹਰੇਕ ਜੀਵ ਦੁਖੀ ਹੈ। ਫਰੀਦਾ ਹਉ ਬਲਿਹਾਰੀ, ਤਿੰਨ ਪੰਖੀ ਜੰਗਲੀ ਜਿਨਾਵਾਸ, ਕਕਰੂ ਚੁਗਨੀ ਥਲੀ ਵਸਨੀ, ਰੱਬ ਨਾ ਛੋੜਨੀ ਪਾਸ।
ਹੇ ਫਰੀਦ, ਮੈਂ ਉਹਨਾਂ ਪੰਛੀਆਂ ਤੋਂ ਸਦਕੇ ਜਾਂਦਾ ਹਾਂ ਜਿਨ੍ਹਾਂ ਦਾ ਵਾਸਾ ਜੰਗਲਾਂ ਵਿੱਚ ਹੈ। ਉਹ ਰੋੜ ਚੁਗਦੇ ਹਨ ਅਤੇ ਧਰਤੀ ਉੱਤੇ ਰਹਿੰਦੇ ਹਨ, ਪਰ ਰੱਬ ਦਾ ਆਸਰਾ ਨਹੀਂ ਛੱਡਦੇ। ਭਾਵ ਮਹਿਲਾਂ ਵਿੱਚ ਰਹਿਣ ਵਾਲੇ ਅਤੇ ਰੱਬ ਨੂੰ ਭੁਲਾ ਦੇਣ ਵਾਲੇ ਮਨੁੱਖ ਨਾਲੋਂ ਤਾਂ ਉਹ ਪੰਛੀ ਹੀ ਚੰਗੇ ਹਨ, ਜਿਹੜੇ ਰੁੱਖਾਂ ਉੱਤੇ ਆਲ੍ਹਣੇ ਬਣਾ ਲੈਂਦੇ ਹਨ, ਰੋੜ ਚੁੱਗ ਕੇ ਗੁਜ਼ਾਰਾ ਕਰ ਲੈਂਦੇ ਹਨ, ਪਰ ਰੱਬ ਨੂੰ ਹਮੇਸ਼ਾ ਯਾਦ ਰੱਖਦੇ ਹਨ। ਕਵਣੁ ਸੁਅਖਰੂ ਕਵਣੁ ਗੁਣ ਕਵਣੁ ਸੁਮਣੀਆ ਮੰਤੁ ਕਵਣੁ ਸੁਵੈਸੋ ਹਉ ਕਰੀ ਜਿਤੁ ਵਸੀ ਆਵੇ ਕੰਤ। ਫਰੀਦ ਜੀ ਆਖਦੇ ਹਨ ਕਿ ਉਹ ਕਿਹੜਾ ਅੱਖਰ ਹੈ, ਉਹ ਕਿਹੜਾ ਗੁਣ ਹੈ, ਉਹ ਕਿਹੜਾ ਸ਼੍ਰੋਮਣੀ ਮੰਤਰ ਹੈ, ਉਹ ਕਿਹੜਾ ਵੇਸ ਮੈਂ ਕਰਾਂ ਜਿਸ ਨਾਲ ਮੇਰਾ ਖਸਮ ਅਰਥਾਤ ਮੇਰਾ ਪਰਮਾਤਮਾ ਮੇਰੇ ਵਸ ਵਿੱਚ ਆ ਜਾਵੇ। ਨਿਵਣੁ ਸੁਅਖਰੂ ਖਵਣੁ ਗੁਣ ਜਿਹਬਾ ਮਣੀਆ ਮੰਤ ਇਹ ਤ੍ਰੈ ਭੈਣੇ ਵੇਸ ਕਰ ਤਾਂ ਵਸੇ ਆਵੇ ਕੰਤ। ਫਰੀਦ ਜੀ ਆਖਦੇ ਹਨ ਕਿ ਨਿਉਣਾ ਅੱਖਰ ਹੈ, ਸਹਾਰਨਾ ਗੁਣ ਹੈ, ਮਿੱਠਾ ਬੋਲਣਾ ਸ਼੍ਰੋਮਣੀ ਮੰਤਰ ਹੈ। ਜੇ ਇਹ ਤਿੰਨ ਵੇਸ ਕਰ ਲਵੇਂ ਤਾਂ ਤੇਰਾ ਖਸਮ, ਤੇਰਾ ਪਰਮਾਤਮਾ ਤੇਰੇ ਵਸ ਵਿੱਚ ਆ ਜਾਵੇਗਾ। ਭਾਵ ਇਹ ਤਿੰਨ ਗੁਣ ਤੇਰੇ ਵਿੱਚ ਆ ਜਾਣ ਤਾਂ ਤੂੰ ਆਪਣੇ ਖਸਮ ਨੂੰ ਵਸ ਵਿੱਚ ਕਰ ਸਕੇਂਗੀ। ਧੰਨਵਾਦ ਬੱਚਿਓ।